ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਬਹੁਤ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ। ਕੈਨੇਡਾ ਜਾਣ ਵਾਲੇ ਸਾਰੇ ਸਟੂਡੈਂਟਸ ਖਾਸ ਕਰਕੇ ਬਹੁਤ ਧਿਆਨ ਨਾਲ ਸ਼ੋਅ ਨੂੰ ਦੇਖਣ, ਪੂਰਾ ਸ਼ੋਅ ਨੂੰ ਦੇਖਣ, ਕਿਉਂਕਿ ਬਹੁਤ ਹੀ ਇੰਪੋਰਟੈਂਟ ਜਿਹੜਾ ਡਿਸਕਸ਼ਨ ਹੈ ਸ਼ੋਅ ਵਿੱਚ ਹੋਣ ਜਾ ਰਿਹਾ। SOP ਨੂੰ ਲੈ ਕੇ, SOP ਤੋਂ ਹੁਣ ਤੱਕ ਤੁਸੀਂ ਸਾਰੇ ਜਾਣੂ ਹੋ, ਪਰ ਅੱਜ ਦੇ ਸ਼ੋਅ ਦੇ ਵਿੱਚ ਗੱਲ ਕਰਾਂਗੇ ਕਿਹੜੀਆਂ ਚੀਜ਼ਾਂ SOP ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ, ਜਿਹਦੇ ਕਰਕੇ ਵੀਜ਼ਾ ਤੁਹਾਡਾ ਆਉਂਦੇ ਰੁਕ ਸਕਦਾ। ਸੋ ਸਾਡੇ ਨਾਲ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ, ਜਿਹੜੇ SOP ਨੂੰ ਲੈ ਕੇ ਬਹੁਤ ਹੀ ਡਿਟੇਲ ਦੇ ਵਿੱਚ ਨੌਲੇਜ ਰੱਖਦੇ ਨੇ। ਸੋ ਸਵਾਗਤ ਕਰਦਾ ਮੈਂ ਬ੍ਰੌਡਵੇ ਇਮੀਗ੍ਰੇਸ਼ਨ ਤੋਂ ਜਗਪ੍ਰੀਤ ਸਿੰਘ ਜੀ ਦਾ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਜਗਪ੍ਰੀਤ ਜੀ, SOP ਤੁਸੀਂ ਬਹੁਤ ਡਿਟੇਲ 'ਚ ਸਮਝ ਚੁੱਕੇ ਹੋ। ਖਾਸ ਤੌਰ 'ਤੇ ਤੁਸੀਂ SOP ਦੇ ਜਿਹੜੇ ਟੈਕਨੀਕਲ ਐਸਪੈਕਟਸ ਨੇ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਹੋ। ਸੋ ਕਿਹੜੀਆਂ ਗਲਤੀਆਂ SOP ਦੇ ਵਿੱਚ, ਜਿਹੜੀਆਂ ਛੋਟੀਆਂ ਗਲਤੀਆਂ ਜਿਨ੍ਹਾਂ ਕਰਕੇ ਵੀਜ਼ਾ ਰਿਫਿਊਜ਼ਲ 'ਚ ਬਦਲ ਸਕਦਾ? ਬਿਲਕੁਲ ਦੀਪਕ ਜੀ, ਆਪਾਂ ਜਦੋਂ ਕੈਨੇਡਾ ਦੇ ਐਪਲੀਕੇਸ਼ਨ ਪ੍ਰੋਸੈਸ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਬੇਸਿਕਲੀ ਇਹ ਡਾਕੂਮੈਂਟ ਬੇਸਡ ਐਪਲੀਕੇਸ਼ਨ ਹੁੰਦੀ ਹੈ, ਔਰ ਇਹਦੇ ਵਿੱਚ ਜਿਹੜਾ ਡਾਕੂਮੈਂਟੇਸ਼ਨ ਹੈ ਉਹ ਸਟੂਡੈਂਟ ਦੇ ਐਕੈਡੈਮਿਕਸ ਹੁੰਦੇ ਨੇ, ਆਫਰਸ ਹੁੰਦੇ ਨੇ, LOAs ਹੁੰਦੇ ਨੇ, GIC ਦੇ ਸਰਟੀਫਿਕੇਟਸ ਹੈ, ਮੈਡੀਕਲਸ ਹੈ, ਕੁਝ ਸਪੋਰਟਿਵ ਡਾਕੂਮੈਂਟਸ ਹੁੰਦੇ ਨੇ, ਕੁਝ ਸਪਾਂਸਰਡ ਡਾਕੂਮੈਂਟਸ ਹੁੰਦੇ ਨੇ। ਸੋ ਦਿਸ ਮੀਨਸ ਕਿ ਐਪਲੀਕੇਸ਼ਨ ਦੀ ਜਿਹੜੀ ਫਾਈਨਲ ਡਿਸੀਜਨ ਹੈ ਜਾਂ ਜਿਹੜੀ ਉਹਦੀ ਅਸੈਸਮੈਂਟ ਹੈ ਉਹ ਇਹਨਾਂ ਡਾਕੂਮੈਂਟਸ ਦੇ ਬੇਸ 'ਤੇ ਹੁੰਦੀ ਹੈ। ਸੋ ਇਹ ਸਾਰੇ ਕ੍ਰਾਈਟੀਰੀਆ ਦੀ ਪ੍ਰੈਜੈਂਟੇਸ਼ਨ ਇੱਕ ਸਟੇਟਮੈਂਟ ਦੇ ਵਿੱਚ ਹੁੰਦੀ ਹੈ। ਸੋ ਦੈਟ ਇਜ਼ ਨੋਨ ਐਜ਼ ਟੂ ਬੀ ਸਟੇਟਮੈਂਟ ਆਫ ਪਰਪਸ, ਜਿਹਨੂੰ ਆਪਾਂ SOP ਕਹਿੰਦੇ ਹਾਂ। ਹੁਣ ਸਭ ਤੋਂ ਵੱਡੀ ਗਲਤੀ ਜਿਹੜੇ ਇਹਦੇ ਵਿੱਚ ਸਟੂਡੈਂਟ ਕਰਦੇ ਨੇ ਉਹ ਇਹ ਕਰਦੇ ਨੇ ਕਿ ਉਹ ਇਸ ਡਾਕੂਮੈਂਟ ਨੂੰ ਕਾਪੀ ਪੇਸਟ ਕਰਦੇ ਨੇ। ਕਾਪੀ ਪੇਸਟ ਕਿੱਦਾਂ ਕਰਦੇ ਆ? ਇਸ ਸਟੇਟਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਚੀਜ਼ ਦਾ ਪੰਜਾਬੀ ਦੇ ਵਿੱਚ ਮਤਲਬ ਸਮਝਣਾ ਚਾਹੀਦਾ ਹੈ। ਇਹਨੂੰ ਕਹਿੰਦੇ ਆਪਾਂ ਸਟੇਟਮੈਂਟ ਆਫ ਪਰਪਸ, ਯਾਨੀ ਕਿ ਤੁਹਾਡੀ ਆਪ ਦੀ ਸਟੇਟਮੈਂਟ ਕੀ ਹੈ, ਤੁਸੀਂ ਆਪਣੀ ਐਪਲੀਕੇਸ਼ਨ ਦੇ ਉੱਤੇ, ਆਪਣੇ ਇੰਟਰਸਟ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ। ਜਦੋਂ ਸਟੂਡੈਂਟ ਦੀਪਕ ਜੀ ਇਹਨੂੰ ਕਾਪੀ ਪੇਸਟ ਕਰਦਾ ਤਾਂ ਉਹ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਮਟੀਰੀਅਲ ਚੱਕਦਾ। ਜਦੋਂ ਮਟੀਰੀਅਲ ਚੱਕਦਾ ਤੇ ਉਹਦੇ ਵਿੱਚ ਉੱਥੇ ਐਡਰੈਸ ਕੀਤਾ ਹੁੰਦਾ ਉਸ ਕੰਟੈਂਟ ਦੇ ਵਿੱਚ ਸਟੂਡੈਂਟ ਨੂੰ, ਇੰਸਟੀਟਿਊਸ਼ਨ ਵੱਲੋਂ ਇੱਕ ਐਡਰੈਸ ਕੀਤਾ ਹੁੰਦਾ ਦੈਟ ਦ ਸਟੂਡੈਂਟ ਵਿਲ ਬੀ ਏਬਲ ਟੂ ਲਰਨ ਥੀਸ topics, student will be able to develop these skills, the student will be develop this particular candidature। ਉੱਥੇ ਇੱਕ ਸਟੂਡੈਂਟ ਨੂੰ ਐਡਰੈਸ ਕੀਤਾ ਹੁੰਦਾ। ਕਈ ਵਾਰੀ ਸਟੂਡੈਂਟ ਉਹੀ ਕਾਪੀ ਕਰਕੇ ਮਟੀਰੀਅਲ ਚੱਕ ਕੇ SOP ਦੇ ਵਿੱਚ ਪੇਸਟ ਕਰ ਦਿੰਦੇ ਆ। ਸੋ ਉੱਥੋਂ ਵੀਜ਼ਾ ਆਫਿਸਰ ਨੂੰ ਸਿੱਧਾ ਕਲੀਅਰ ਹੋ ਜਾਂਦਾ ਹੈ ਕਿ ਇਹ ਜਿਹੜੀ ਸਟੇਟਮੈਂਟ ਹੈ ਇਹ ਸਟੂਡੈਂਟ ਨੇ ਆਪ ਦੀ ਨਹੀਂ ਦਿੱਤੀ, ਇਹ ਕਾਪੀ ਪੇਸਟ ਮਟੀਰੀਅਲ ਹੈਗਾ। ਸੋ ਫਸਟ ਆਫ ਆਲ, ਜਦੋਂ ਵੀ ਤੁਸੀਂ SOP ਬਣਾ ਰਹੇ ਹੋ ਤਾਂ ਇਸ ਚੀਜ਼ ਨੂੰ ਬਿਲਕੁਲ ਵੀ, ਇਸ ਗਲਤੀ ਨੂੰ ਆਪਣੇ ਉਸ ਡਾਕੂਮੈਂਟ 'ਚ ਨਾ ਲੈ ਕੇ ਆਓ। ਯਾਨੀ ਕਿ ਪ੍ਰੈਕਟਿਸ ਤੁਸੀਂ ਦੱਸਿਆ ਉੱਥੋਂ ਕਾਪੀ ਪੇਸਟ ਦੀ, ਪਰਟੀਕੂਲਰਲੀ ਯੂਨੀਵਰਸਿਟੀ ਦੇ ਹੀ ਪੋਰਟਲ ਤੋਂ ਕਾਪੀ ਪੇਸਟ ਕਰਨ ਦੀ, ਕੀ ਇਹ ਸਟੂਡੈਂਟਸ ਕਰਦੇ ਨੇ ਜਾਂ ਕਈ ਵਾਰੀ ਏਜੰਟ ਕਰਾ ਦਿੰਦੇ? ਏਜੰਟ ਵੀ ਕਰਦੇ ਆ ਜੀ। ਓਕੇ, ਬਿਲਕੁਲ। ਮੈਂ ਬਹੁਤ ਸਾਰੀਆਂ SOPs ਦੇਖੀਆਂ ਨੇ ਜਿਹੜੀਆਂ ਏਜੰਟਸ ਵੱਲੋਂ ਡਰਾਫਟਡ ਨੇ, ਉਹਦੇ 'ਚ ਕਾਪੀ ਪੇਸਟ ਏਜੰਟ ਨੇ ਵੀ ਕੀਤਾ ਹੁੰਦਾ। ਸਟੂਡੈਂਟ ਨੂੰ ਪੁੱਛਦਾ ਮੈਂ ਕਿ ਇਹ ਤੁਸੀਂ ਖੁਦ ਲਿਖੀ ਹੈ, ਉਹ ਕਹਿੰਦਾ ਨਹੀਂ ਜੀ ਮੇਰੇ ਏਜੰਟ ਨੇ ਲਿਖੀ ਹੈ ਜੀ। ਇੱਕ ਹੋਰ ਮੈਂ ਪੁਆਇੰਟ ਤੁਹਾਡੇ ਤੋਂ ਸਮਝਣਾ ਚਾਹੂੰਗਾ। ਮੇਰੇ ਸੁਣਨ 'ਚ ਇਹ ਵੀ ਆਇਆ ਕਿ SOP ਕਈ ਵਾਰੀ ਹਾਈਲੀ ਸੋਫਿਸਟੀਕੇਟਿਡ ਹੁੰਦੀ ਹੈ, ਉਹਦੇ ਵਿੱਚ ਲੈਂਗੁਏਜ ਜਿਹੜੀ ਹੈ ਉਹ ਬਹੁਤ ਸੋਫਿਸਟੀਕੇਟਿਡ ਹੁੰਦੀ ਹੈ। ਅਤੇ ਮੇਰੀ ਸਮਝ ਦੇ ਮੁਤਾਬਕ ਜੋ ਮੈਂ ਦੇਖਿਆ ਜਾਂ ਸੁਣਿਆ ਕਿ ਜੇ SOP ਸਟੂਡੈਂਟ ਆਪਣੀ ਲੈਂਗੁਏਜ ਦੇ ਵਿੱਚ ਕਰਕੇ ਭੇਜੇ, ਬਣਾ ਕੇ ਭੇਜੇ, ਉਹਦੇ ਸਕਸੈਸ ਦੇ ਚਾਂਸਿਸ ਬਹੁਤ ਵੱਧ ਹੁੰਦੇ ਨੇ। ਬਿਲਕੁਲ ਦੀਪਕ ਜੀ, ਹੁਣ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਕਿ ਜਿਹੜੀ SOP ਹੈ ਉਹ ਹਾਈਲੀ ਸੋਫਿਸਟੀਕੇਟਿਡ ਹੈ, ਹਾਈਲੀ ਸੋਫਿਸਟੀਕੇਟਿਡ ਵਰਡ ਜਿਹੜਾ ਤੁਸੀਂ ਵੀ ਯੂਜ਼ ਕੀਤਾ ਹੈ, ਇਹ ਖੁਦ ਆਪਣੇ ਆਪ 'ਚ ਇੱਕ ਕੰਪਲੈਕਸ ਹੁਣ ਮਿਰਰ ਦੇ ਰਿਹਾ ਉਸ ਚੀਜ਼ ਦਾ। ਦਿਸ ਮੀਨਸ ਕਿ ਜਿਹੜੀ SOP ਦਿੱਤੀ ਗਈ ਹੈ ਦੈਟ ਇਜ਼ ਦਾ ਸਟੇਟਮੈਂਟ ਫਰੋਮ ਦਾ ਸਟੂਡੈਂਟ ਸਾਈਡ। ਹੁਣ ਸਟੂਡੈਂਟ +2 ਤੋਂ ਬਾਅਦ ਜਾ ਰਿਹਾ, ਉਹਦੇ ਰਾਈਟਿੰਗ 'ਚ 6 ਬੈਂਡ ਨੇ। ਹੁਣ ਉਹਦੇ ਵਿੱਚੋਂ ਬਹੁਤ ਕੰਪਲੈਕਸ ਇੰਗਲਿਸ਼ ਦੇ ਵਰਡ ਯੂਜ਼ ਕਰ ਰਿਹਾ, ਬਹੁਤ ਡਿਫਰੈਂਸ਼ੀਏਟਿਡ ਔਰ ਡਿਸਟਿੰਗੁਇਸ਼ਡ ਉਹਦੇ 'ਚ ਵੋਕੈਬਲਰੀ ਯੂਜ਼ ਕਰ ਰਿਹਾ। ਸੋ ਦਿਸ ਕਲੀਅਰਲੀ ਡਿਪਿਕਟਸ ਕਿ ਉਹਦੀ ਆਪ ਦੀ ਇੰਨੀ ਵੋਕੈਬ ਨਹੀਂ ਹੋ ਸਕਦੀ ਕਿ ਉਹਨੇ ਇੰਨਾ ਵੇਰੀਏਸ਼ਨ ਆਪਣੇ ਲੈਂਗੁਏਜ ਦੇ ਵਿੱਚ, ਆਪਣੀ ਸੈਂਟੈਂਸ ਫਾਰਮੇਸ਼ਨ ਦੇ ਵਿੱਚ ਦਿੱਤਾ ਹੈ। ਸੋ ਇਸੇ ਕਰਕੇ ਮੈਂ ਹਰ ਇੱਕ ਸਟੂਡੈਂਟ ਨੂੰ ਐਡਵਾਈਸ ਕਰਦਾ ਹੁੰਦਾ ਕਿ ਜਦੋਂ ਵੀ ਤੁਸੀਂ SOP ਦਿੰਦੇ ਹੋ ਉਹ ਬਹੁਤ ਹੀ ਇੱਕ ਸਿੰਪਲੀਫਾਈਡ ਲੈਂਗੁਏਜ ਦੇ ਵਿੱਚ ਹੋਣੀ ਚਾਹੀਦੀ ਹੈ, ਔਰ ਖ਼ਾਸ ਤੌਰ 'ਤੇ ਉਹਦੇ ਵਿੱਚ ਜਿਹੜਾ ਕਰਕਸ ਹੈ, ਜਿਹੜਾ ਉਹਦਾ ਕਨਕਲੂਜਨ ਹੈ, ਜਿਹੜਾ ਉਹਦਾ ਇਨਫਰੈਂਸ ਹੈ, ਉਹ ਇਹ ਨਿਕਲਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਆਪਣੀ ਐਜੂਕੇਸ਼ਨ ਨੂੰ ਦੁਬਾਰਾ
ਕੰਟੀਨਿਊ ਕਰਨ 'ਚ ਸਪੈਸੀਫਿਕਲੀ ਕੈਨੇਡਾ ਦੇ ਵਿੱਚ, ਔਰ ਪਲੱਸ ਜਿਹੜਾ ਪ੍ਰੋਗਰਾਮ ਤੁਸੀਂ ਪੜ੍ਹ ਰਹੇ ਹੋ ਉਹ ਤੁਹਾਡੇ ਕੀ ਪਰਸਪੈਕਟਿਵਸ ਨੂੰ ਬਿਲਡ ਕਰੇਗਾ ਔਰ ਤੁਹਾਡੇ ਕੀ ਫਿਊਚਰ ਪ੍ਰੋਸਪੈਕਟਸ ਹੋਣਗੇ। ਹੁਣ ਇਹਦੇ ਵਿੱਚ ਨਾ ਇੱਕ ਖਾਸ ਸੈਗਮੈਂਟ ਆਫ ਸਟੂਡੈਂਟ ਹੈ ਜਿਹਦੇ ਉੱਤੇ ਮੈਂ ਸਪੈਸੀਫਿਕਲੀ ਇੱਕ ਨੋਟ ਦੇਣਾ ਚਾਹੁੰਦਾ। ਉਹ ਇਹ ਹੈ ਜੀ, ਕੁਝ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਦੇ ਅਕੈਡਮਿਕਸ ਲੋ ਹੁੰਦੇ ਨੇ ਜਾਂ ਉਹਨਾਂ ਦਾ ਆਇਲਸ ਦਾ ਸਕੋਰ ਲੋ ਹੁੰਦਾ ਹੈ। ਖਾਸ ਤੌਰ ਤੇ ਇਹ ਜਿਹੜੇ ਸਟੂਡੈਂਟ ਨੇ, ਫੋਰ ਐਗਜ਼ਾਮਪਲ ਕਿਸੇ ਦਾ ਸਕੋਰ 54% ਹੈ, 55% ਹੈ, ਤਾਂ ਇਹਨਾਂ ਸਟੂਡੈਂਟਸ ਨੂੰ ਮੈਂ ਇੱਕ ਐਡਵਾਈਸ ਕਰਦਾ ਹੁੰਦਾ ਕਿ ਡੂ ਨਾਟ ਡਿਸਕ੍ਰਾਈਬ ਯੂਰ ਅਕੈਡਮਿਕਸ ਇਨ ਦੈਟ। ਤੁਹਾਡਾ ਸਕੋਰ 84% ਹੈ, 90% ਹੈ, ਉਹਨੂੰ ਡਿਸਕ੍ਰਾਈਬ ਕਰੋ, ਬਟ ਅਗਰ ਤੁਹਾਡਾ ਸਕੋਰ ਕਿਤੇ ਨਾ ਕਿਤੇ ਕੰਪਨਸੇਸ਼ਨ ਦੇ ਵਿੱਚ ਹੈ, ਉਹ ਬਿਲੋ ਐਵਰੇਜ ਹੈ, ਤਾਂ ਡੂ ਨਾਟ ਡਿਸਕ੍ਰਾਈਬ ਇਟ, ਕਿਉਂਕਿ ਉਹਦੇ ਅਗੇਂਸਟ ਤੁਹਾਡੇ ਡਾਕੂਮੈਂਟ ਗਏ ਹੋਏ ਹੈ। ਉਹਦੀ ਐਪਲੀਕੇਸ਼ਨ ਫਾਰਮ ਦੇ ਵਿੱਚ ਵੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਦਿੱਤੀ ਗਈ ਹੈ। ਸੋ SOP ਦੇਣ ਲੱਗਿਆਂ ਤੁਸੀਂ ਆਪਣੇ ਪੋਜ਼ਿਟਿਵ ਐਸਪੈਕਟਸ ਨੂੰ ਜਿੰਨਾ ਜ਼ਿਆਦਾ ਹਾਈਲਾਈਟ ਕਰੋਗੇ ਦੈਟ ਇਜ਼ ਗੁੱਡ। ਉਹਦੇ ਨਾਲ ਮੈਂ ਕਈ ਵਾਰੀ ਦੇਖਦਾ ਦੀਪਕ ਜੀ, ਬਹੁਤ ਸਾਰੇ ਬੱਚੇ ਹੁੰਦੇ ਜਿਨ੍ਹਾਂ ਨੇ ਆਪਣੀ ਫੈਮਿਲੀ ਬਾਰੇ 8-10 ਲਾਈਨਾਂ ਲਿਖੀਆਂ ਹੁੰਦੀਆਂ ਕਿ ਮੇਰੇ ਪੇਰੈਂਟਸ ਨੇ, ਮੇਰੇ ਮਦਰ ਹੋਮ ਮੇਕਰ ਨੇ, ਮੇਰੇ ਫਾਦਰ ਐਗਰੀਕਲਚਰਿਸਟ ਨੇ, ਅਸੀਂ 4 ਸਿਬਲਿੰਗਸ ਆ ਜੀ, ਇੱਕ ਬੰਦਾ ਮੈਰਿਡ ਹੈ, 2 ਹੋਰ ਪੜ੍ਹ ਰਹੇ ਨੇ, ਮੈਂ ਕੈਨੇਡਾ ਪੜ੍ਹਨ ਜਾ ਰਿਹਾ। ਸੋ ਇਹ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਦੇ ਮਾਈਂਡ ਦੇ ਵਿੱਚ ਇੱਕ ਪਿਕਚਰ ਕ੍ਰੀਏਟ ਕਰਦੀ ਹੈ, ਕਨਫਿਊਜ਼ਨ ਕ੍ਰੀਏਟ ਕਰਦੀ ਹੈ ਵੀ ਇੱਕ ਸਿੰਗਲ ਹੈਂਡਡ ਪਰਸਨ ਅਰਨਿੰਗ ਜਿਹੜਾ ਹੈਗਾ ਉਹ ਇੰਨੀ ਵੱਡੀ ਫੈਮਿਲੀ ਨੂੰ ਕਿੱਦਾਂ ਸਪੋਰਟ ਕਰ ਪਾਏਗਾ। ਵੀ ਇੱਕ ਨੂੰ ਇੰਟਰਨੈਸ਼ਨਲ ਸਟੱਡੀਜ਼ ਲਈ ਭੇਜ ਰਿਹਾ, ਦੂਸਰੇ 2 ਪੜ੍ਹ ਰਹੇ ਨੇ, ਇੱਕ ਮੈਰਿਡ ਹੈ, ਉਹ ਇਕੱਲਾ ਅਰਨਿੰਗ ਹੈਂਡ ਹੈ। ਸੋ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਡਿਸਕ੍ਰਾਈਬ ਨਾ ਕਰੋ। ਡਿਸਕ੍ਰਾਈਬ ਕਰਨ ਵਾਲੀ ਕਿਹੜੀ ਚੀਜ਼ ਹੈ, ਆਪਣੇ ਫਿਊਚਰ ਪ੍ਰੋਸਪੈਕਟਸ ਨੂੰ ਡਿਸਕ੍ਰਾਈਬ ਕਰੋ, ਆਪਣੇ ਪਰਸਪੈਕਟਿਵਸ, ਪ੍ਰੋਗਰਾਮ ਦੇ ਪਰਸਪੈਕਟਿਵਸ ਨੂੰ ਡਿਸਕ੍ਰਾਈਬ ਕਰੋ, ਕੀ ਉਹਦੇ ਵਿੱਚ ਲਰਨਿੰਗ ਹੈ, ਕੀ ਉਹਦੇ 'ਚ ਡਿਵੈਲਪਮੈਂਟ ਹੈ, ਪਲੱਸ ਕਿਹੜੀ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਇਸ ਅਕੈਡਮਿਕ ਪ੍ਰੋਗਰੈਸ਼ਨ ਦੇ ਲਈ। ਜੀ ਦੀਪਕ ਜੀ। ਸੋ ਦੋਸਤੋ, ਇਹ ਬੜੇ ਹੀ ਇੰਪੋਰਟੈਂਟ ਪੁਆਇੰਟਸ ਨੇ। ਸੁਣਨ ਨੂੰ ਚਾਹੇ ਤੁਹਾਨੂੰ ਲੱਗਣ ਕਿ ਇਹ ਸਿੰਪਲ ਨੇ, ਬਟ ਇਹਨਾਂ 'ਚੋਂ ਇੱਕ ਵੀ ਜੇ ਮਿਸ ਹੋ ਜਾਵੇ, ਜਿਹਦੇ 'ਤੇ ਪ੍ਰੋਪਰ SOP ਬਣਾਉਣ ਲੱਗੇ ਧਿਆਨ ਨਾ ਦਿੱਤਾ ਜਾਵੇ, ਤਾਂ ਤੁਹਾਡੀ ਚੰਗੀ ਭਲੀ ਵਧੀਆ ਪ੍ਰੋਫਾਈਲ ਵਾਲੀ ਫਾਈਲ ਵੀ ਰੁਕ ਸਕਦੀ ਹੈ। ਸੋ ਇਹਨਾਂ ਨੂੰ ਜ਼ਰੂਰ ਤੁਸੀਂ ਇੱਕ ਵਾਰੀ ਡੀਪਲੀ ਸਟੱਡੀ ਕਰੋ ਅਤੇ ਆਪਣੀ ਫਾਈਲ ਲਗਾਉਣ ਤੋਂ ਪਹਿਲਾਂ ਇੰਪਲੀਮੈਂਟ ਵੀ ਕਰੋ। ਸੋ ਵੀਜ਼ਾ ਰੇਡੀਓ 'ਤੇ ਅਸੀਂ ਤੁਹਾਡੇ ਨਾਲ ਇਸ ਤਰੀਕੇ ਦੀ ਇਨਫੋਰਮੇਸ਼ਨ, ਇਨ ਡੈਪਥ ਇਨਫੋਰਮੇਸ਼ਨ ਜਿਹੜੀ ਤੁਹਾਡੇ ਬਹੁਤ ਹੀ ਕੰਮ ਆ ਸਕਦੀ ਹੈ ਅਤੇ ਤੁਹਾਡੇ ਰਿਜ਼ਲਟਸ ਨੂੰ ਨੈਗੇਟਿਵ ਤੋਂ ਪੋਜ਼ੀਟਿਵ ਵੱਲ ਲੈ ਕੇ ਜਾ ਸਕਦੀ ਹੈ, ਰੈਗੂਲਰਲੀ ਲੈ ਕੇ ਆਉਂਦੇ ਹਾਂ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਧੰਨਵਾਦ। ਥੈਂਕ ਯੂ ਜੀ।